ਹਾਜ਼ਰੀਨ ਮੁਅੱਜ਼ਜ਼ ਅਫਰਾਦ, ਅੱਜ ਦੀ ਉਡਾਨ ਇੰਸਟੀਚਿਊਟ ਦੀ ਲਾਈਵ ਪਲੇਟਫਾਰਮ ਤੋਂ ਤੁਹਾਡਾ ਸਵਾਗਤ ਹੈ। ਪੰਜਾਬੀ ਦੀ ਆਨਲਾਈਨ ਕਲਾਸ ਦੇ ਵਿੱਚ ਅਸੀਂ ਇਸ ਸ਼੍ਰੰਖਲਾ ਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦੇ ਸੰਦਰਭਗਤ ਜਿਹੜੇ ਸਵਾਲ ਹੈਗੇ ਨੇ MCQ ਉਹ ਹੱਲ ਕਰ ਰਹੇ ਹਾਂ ਮਾਸਟਰ ਕੇਡਰ ਦੇ। ਤੋਂ ਅਗਲੇ ਉਸ ਤੋਂ ਜਿਹੜੇ ਨੈਕਸਟ ਜਿਹੜੇ ਕੁਐਸਚਨ ਨੇ, ਸਵਾਲ ਨੇ, ਉਹਨਾਂ ਨੂੰ ਅੱਜ ਅਸੀਂ ਹੱਲ ਕਰਾਂਗੇ। ਤੋਂ ਸਾਡੇ ਕੋਲ ਇੱਥੇ ਜਿਹੜਾ ਹੈਗਾ ਵਾ ਉਹ ਹੈ ਕਿ ਫੋਕਲੋਰ ਲਈ ਪੰਜਾਬੀ ਵਿੱਚ ਲੋਕ ਵੇਦ ਸ਼ਬਦ ਜਿਹੜਾ ਹੈਗਾ ਉਹ ਕਿਸ ਨੇ ਪ੍ਰਚਲਿਤ ਕੀਤਾ ਹੈਗਾ। ਜਿਹੜਾ ਲੋਕ ਵੇਦ ਸ਼ਬਦ ਹੈਗਾ ਫੋਕਲੋਰ ਵਾਸਤੇ ਜਾਂ ਲੋਕਧਾਰਾ ਵਾਸਤੇ, ਤੋ ਇੱਥੇ ਸਾਡੇ ਕੋਲ 4 ਆਪਸ਼ਨਸ ਨੇ। ਕਰਨੈਲ ਸਿੰਘ ਥਿੰਦ ਨੇ ਜਿਹੜਾ ਹੈਗਾ ਉਹ ਲੋਕਯਾਨ ਜਿਹੜਾ ਸ਼ਬਦ ਵਰਤਿਆ ਹੈਗਾ, ਇਸ ਕਰਕੇ ਇਹ ਆਨਸਰ ਸਹੀ ਨਹੀਂ ਹੈਗਾ। ਉੱਪਰਲਾ 1 ਨੰਬਰ ਇਹ ਗਲਤ ਹੈ। ਉਸ ਤੋਂ ਬਾਅਦ ਜਿਹੜਾ ਡਾਕਟਰ ਹਰਭਜਨ ਸਿੰਘ ਨੇ ਜਿਹੜਾ ਇਹ ਸ਼ਬਦ ਹੈਗਾ, ਇਹ ਡਾਕਟਰ ਹਰਭਜਨ ਸਿੰਘ ਨੇ ਵਰਤਿਆ ਲੋਕ ਵੇਦ। ਵਣਜਾਰਾ ਬੇਦੀ ਨੇ ਜਿਹੜਾ ਹੈਗਾ ਉਹ ਵਰਤਿਆ ਹੈਗਾ ਹੈ ਲੋਕਧਾਰਾ। ਲੋਕਧਾਰਾ ਤੋਂ ਨਾਰ ਸਿੰਘ ਨੇ ਕੋਈ ਇਹਦੇ ਵਾਸਤੇ ਵਰਤਿਆ ਨਹੀਂ, ਉਹ ਲੋਕਧਾਰਾ ਸ਼ਬਦ ਹੀ ਵਰਤਦਾ। ਤੋਂ ਇਹਨਾਂ ਤਿੰਨਾਂ ਦੇ ਵਿੱਚੋਂ ਸਾਡਾ ਜਿਹੜਾ ਸਹੀ ਕਰੈਕਟ ਆਨਸਰ ਹੋਏਗਾ ਉਹ B ਹੋਏਗਾ। ਡਾਕਟਰ ਹਰਭਜਨ ਸਿੰਘ ਦਿੱਲੀ ਯੂਨੀਵਰਸਿਟੀ ਦੇ ਜਿਹੜੇ ਪੋਇਟ ਨੇ, ਜਿਹੜੇ ਪ੍ਰੋਫੈਸਰ ਨੇ, ਤੋਂ ਉਹਨਾਂ ਨੇ ਇਹਦੇ ਵਾਸਤੇ ਜਿਹੜਾ ਹੈਗਾ ਲੋਕ ਵੇਦ ਸ਼ਬਦ ਵਰਤਿਆ ਹੈਗਾ ਲੋਕਧਾਰਾ ਦੇ ਵਾਸਤੇ ਜਾਂ ਫੋਕਲੋਰ ਵਾਸਤੇ। ਅੰਗਰੇਜ਼ੀ ਦੇ ਫੋਕਲੋਰ ਦਾ ਪਰਿਆਏ ਉਹਨਾਂ ਲੋਕ ਵੇਦ ਸ਼ਬਦ ਨੂੰ ਦਿੱਤਾ ਹੈਗਾ, ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਹਰਭਜਨ ਸਿੰਘ ਆਏਗਾ। ਨੈਕਸਟ ਹੈ ਨਿੱਕੀ ਨਿੱਕੀ ਬੂੰਦੀ। ਬੂੰਦੀ ਹੈਗੀ ਆ ਅਸਲ ਦੇ ਵਿੱਚ ਇਹ ਨਿੱਕਿਆ ਮੀਂਹ ਵੇ ਵਰੇ। ਇਹ ਕੀ ਹੈਗਾ, ਕਿਹੜਾ ਕਾਵਿ ਰੂਪ ਹੈ? ਇਹ ਪੁੱਛਿਆ ਗਿਆ ਤੁਹਾਡੇ ਕੋਲੋਂ ਵੀ ਇਹ ਕਿਹੜਾ ਕਾਵਿ ਰੂਪ ਹੈ। ਤੋ ਸਾਡੇ ਕੋਲ ਇੱਥੇ 4 ਆਪਸ਼ਨਸ ਨੇ, ਔਰ ਜਿਹੜੀਆਂ ਚਾਰੇ ਆਪਸ਼ਨਸ ਨੇ ਇਹ ਚਾਰੇ ਹੀ ਵਿਆਹ ਸੰਸਕਾਰ ਨਾਲ ਸੰਬੰਧਿਤ ਨੇ। ਪਹਿਲੀ ਗੱਲ ਤਾਂ ਇਹ ਚਾਰੇ ਆਪਸ਼ਨਸ ਵਿਆਹ ਸੰਸਕਾਰ ਨਾਲ ਸੰਬੰਧਿਤ ਨੇ, ਪਰ ਸ਼ਰਤ ਕੀ ਹੈਗੀ ਆ ਕਿ ਜਿਹੜੇ ਮੁੰਡੇ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਨੇ, ਇੱਥੇ ਮੁਖਾਤਬ ਕਿਹਨੂੰ ਕੀਤਾ ਹੋਇਆ ਜਾ ਰਿਹਾ ਹੈ? ਨਿੱਕੀ ਨਿੱਕੀ ਬੂੰਦੀ ਨਿੱਕਿਆ। ਨਿੱਕਿਆ ਕੀ ਹੈਗਾ? ਇੱਥੇ ਮੇਲ ਹੈਗਾ, ਇਹ ਮੁੰਡਾ ਹੈ, ਵਿਆਹੰਦੜ ਮੁੰਡਾ ਹੈ, ਇਹ ਮੁੰਡੇ ਨੂੰ ਮੁਖਾਤਬ ਹੋਇਆ ਜਾ ਰਿਹਾ ਹੈਗਾ ਇੱਥੇ। ਤੋ ਇਸ ਕਰਕੇ ਜਿਹੜੇ ਮੁੰਡੇ ਦੇ ਵਿਆਹ ਦੇ ਵਿੱਚ ਗਾਏ ਜਾਣ ਵਾਲੇ ਗੀਤ ਹੁੰਦੇ ਨੇ ਉਹਨਾਂ ਨੂੰ ਘੋੜੀ ਕਿਹਾ ਜਾਂਦਾ ਹੈ। ਜਿਹੜੇ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਣ ਵਾਲੇ ਗੀਤ ਹੁੰਦੇ ਹੈਗੇ ਨੇ ਉਹਨਾਂ ਨੂੰ ਸੁਹਾਗ ਆਖਿਆ ਜਾਂਦਾ ਹੈ। ਤੋ ਇਸ ਕਰਕੇ ਸਾਡਾ ਜਿਹੜਾ ਇੱਥੇ ਆਨਸਰ ਆਊਗਾ, ਕਿਉਂਕਿ ਮੁੰਡੇ ਦੀ ਗੱਲ ਹੋ ਰਹੀ ਆ, ਤੋ ਇੱਥੇ ਜਿਹੜਾ ਸਾਡਾ ਕਰੈਕਟ ਆਨਸਰ ਹੋਏਗਾ ਉਹ ਇਹ ਆਏਗਾ ਘੋੜੀ। ਇਹ ਕੀ ਹੈਗੀ ਹੈ? ਇੱਕ ਘੋੜੀ ਹੈਗੀ ਹੈ। ਥੋੜਾ ਜਿਹਾ ਨਾ ਕੁਐਸਚਨ ਨੂੰ ਸਮਝਣ ਦਾ ਯਤਨ ਕਰ ਲਈਦਾ ਹੁੰਦਾ, ਕਈ ਵਾਰ ਠਾਹ ਸੋਟਾ ਮਾਰਦਿਆਂ ਉੱਥੇ ਫਿਰ ਪ੍ਰੋਬਲਮ ਆ ਜਾਂਦੀ ਹੈਗੀ ਹੈ ਕਿ ਤੁਸੀਂ ਗਲਤ ਉੱਥੇ ਜਿਹੜੀ ਟਿਕ ਲਾ ਦਿੰਦੇ ਹੋ, ਮੁੜ ਕੇ ਫਿਰ ਉਹਦਾ ਜਿਹੜਾ ਹੈਗਾ ਕੋਈ ਸੋਲਿਊਸ਼ਨ ਨਹੀਂ ਹੁੰਦਾ ਹੈਗਾ, ਔਰ ਸਾਰੇ ਦਾ ਸਾਰਾ ਤੁਹਾਡਾ ਸਵਾਲ ਹੈਗਾ ਉਹ ਗਲਤ ਹੋ ਜਾਂਦਾ ਹੈ। ਨਕਲਾਂ ਲੋਕ ਕਲਾ ਦਾ ਕਿਹੜਾ ਰੂਪ ਹੈ? ਹੁਣ ਸਾਡੇ ਕੋਲ ਇੱਥੇ 4 ਆਨਸਰ ਹੈਗੇ ਨੇ। ਪਹਿਲੀ ਗੱਲ ਤਾਂ ਨਕਲ ਕੀ ਹੈਗਾ? ਕਿਸੇ ਦੀ ਸਾਂਗ ਲਾਉਣੀ, ਕਿਸੇ ਦੀ ਰੀਸ ਕਰਨੀ। ਤੋ ਜਦੋਂ ਅਸੀਂ ਕਿਸੇ ਦੀ ਰੀਸ ਕਰਦੇ, ਮੰਨ ਕੇ ਚੱਲੋ ਕਿ ਅਸੀਂ ਕਿਸੇ ਦੀ ਰੀਸ ਕਰ ਰਹੇ ਹਾਂ, ਤਾਂ ਇੱਕ ਪ੍ਰਕਾਰ ਦਾ ਅਸੀਂ ਉੱਥੇ ਅਭਿਨੈ ਕਰ ਰਹੇ ਹੁੰਦੇ ਹੈਗੇ, ਐਕਟਿੰਗ ਕਰ ਰਹੇ ਹੁੰਦੇ ਹੈਗੇ। ਤੋ ਜਿਹੜੀ ਐਕਟਿੰਗ ਹੈਗੀ ਆ ਜਾਂ ਅਭਿਨੈ ਹੈਗਾ ਹੈ, ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ? ਉਹ ਨਾਟਕ ਨਾਲ ਹੈਗਾ ਜਾਂ ਨਾਟ ਨਾਲ ਹੈ। ਤੋ ਐਬਸੋਲਿਊਟਲੀ ਜਿਹੜਾ ਨਕਲ ਹੈਗੀ ਆ ਉਹ ਵੀ ਕਿਸੇ ਦੀ ਅਸੀਂ ਐਕਟਿੰਗ ਹੀ ਕਰ ਰਹੇ ਹੁੰਦੇ ਹਾਂ ਨਾ, ਤੋ ਇਹਨਾਂ ਦਾ ਸੰਬੰਧ ਵੀ ਫਿਰ ਕਿਸ ਚੀਜ਼ ਨਾਲ ਆਊਗਾ? ਲੋਕ ਨਾਟ ਦੇ ਨਾਲ ਆਊਗਾ। ਤੋ ਸਾਡਾ ਜਿਹੜਾ ਇੱਥੇ ਆਨਸਰ ਸਾਡਾ ਆਏਗਾ ਉਹ ਆਏਗਾ A, ਲੋਕ ਨਾਟ। ਕਿਉਂਕਿ ਕਿਸੇ ਦੀ ਰੀਸ ਕਰਨੀ, ਕਿਸੇ ਦੀ ਅਭਿਨੈ ਕਰਨੀ, ਮੰਨ ਕੇ ਚੱਲੋ ਕਿ ਇੱਕ ਬੰਦਾ ਹੈਗਾ ਉਹ ਸ਼੍ਰੀ ਰਾਮ ਦਾ ਅਭਿਨੈ ਕਰ ਰਿਹਾ ਹੈਗਾ, ਉਹਨਾਂ ਦੀ ਨਕਲ ਕਰ ਰਿਹਾ ਹੈਗਾ, ਤਾਂ ਉਹ ਲੋਕ ਨਾਟ ਦੇ ਅੰਤਰਗਤ ਹੀ ਵਿਚਾਰਿਆ ਜਾਏਗਾ। ਪਰ ਸ਼ਰਤ ਇਹ ਹੈਗੀ ਹੈ ਕਿ ਨਕਲ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਹੁੰਦਾ ਹੈ ਉਹ ਵਿਅੰਗ ਅਤੇ ਹਾਸਾ ਪ੍ਰਧਾਨ ਹੁੰਦਾ ਹੈਗਾ। ਇਸ ਕਰਕੇ ਜਿਹੜਾ ਹੈਗਾ ਇਹਨੂੰ ਥੋੜ੍ਹੀ ਜਿਹੀ ਵੱਖਰਤਾ, ਸੂਖਮ ਜਿਹੀ ਵੱਖਰਤਾ ਹੈਗੀ ਇਹਨਾਂ ਦੇ ਵਿੱਚ, ਕਿ ਨਕਲ ਦੇ ਵਿੱਚ ਥੋੜ੍ਹਾ ਜਿਹਾ ਹਾਸ ਰਸ ਦੀ ਅਭਿਵਿਅੰਜਨਾ ਜ਼ਿਆਦਾ ਹੁੰਦੀ ਹੈਗੀ ਹੈ। ਰਾਣੀ ਕੋਕਿਲਾ ਦੀ ਕਥਾ ਹੈ। ਤੋ ਸਾਡੇ ਕੋਲੇ ਹੁਣ ਇੱਥੇ ਜਿਹੜਾ ਹੈਗਾ 4 ਆਪਸ਼ਨਸ ਨੇ। ਰਾਣੀ ਕੋਕਿਲਾ ਜੀ ਦਾ ਜਿਹੜਾ ਪਾਤਰ ਹੈਗਾ ਉਹ ਰਾਜਾ ਰਸਾਲੂ ਦੀ ਜਿਹੜੀ ਹੈਗੀ ਆ, ਰਸਾਲੂ ਦੀ
ਕਥਾ ਦੇ ਨਾਲ ਜੁੜਦਾ ਹੈਗਾ। ਰਾਣੀ ਕੋਕਲਾਂ ਰਾਜਾ ਰਸਾਲੂ ਦੇ ਨਾਲ ਜੋੜਿਆ ਜਾਣ ਵਾਲਾ ਪਾਤਰ ਹੈਗਾ ਵਾ। ਤੋ ਇਹ ਕਥਾ ਕਿਹੜੀ ਕੈਟਾਗਰੀ ਦੇ ਵਿੱਚ ਰੱਖੀ ਜਾਂਦੀ ਹੈਗੀ, ਸਾਡੇ ਕੋਲ ਇਹ ਪੁੱਛਿਆ ਗਿਆ ਹੈਗਾ। ਪਰੀ ਕਥਾ ਤਾਂ ਇਹ ਹੈ ਨਹੀਂ, ਕਿਉਂਕਿ ਇਹਦੇ ਵਿੱਚ ਪਰਾਸਰੀਰਕ ਤੇ ਪਰਾਭੌਤਿਕ ਅੰਸ਼ਾਂ ਦੀ ਪ੍ਰਧਾਨਤਾ ਨਹੀਂ ਹੈਗੀ। ਨਾ ਇਹ ਬੁਝਾਵਲ ਕਥਾ ਹੈਗੀ ਆ, ਇਹਦੇ 'ਚ ਬੁੱਝਣ ਵਾਲੀ ਕੋਈ ਗੱਲ ਨਹੀਂ। ਨਾ ਇਹ ਨੀਤੀ ਕਥਾ ਹੈਗੀ ਆ। ਨੀਤੀ ਕਥਾ ਉਹ ਹੁੰਦੀਆਂ ਹੈਗੀਆਂ ਨੇ, ਜਿਵੇਂ ਤੁਸੀਂ ਪੜ੍ਹਦੇ ਹੋ ਲਾਲਸਾ ਦੀ ਚੱਕੀ, ਇੱਕ ਲਾਲਚੀ ਪੁਰਸ਼ ਹੈਗਾ ਜੀ, ਉਹ ਉਸ ਤੋਂ ਬਾਅਦ ਦੇ ਤੁਸੀਂ ਪੜ੍ਹਦੇ ਹੋ ਲਾਲਚੀ ਕੁੱਤਾ। ਤੋ ਇਹੋ ਜਿਹੀਆਂ ਜਿਹੜੀਆਂ ਕਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਨੀਤੀ ਕਥਾ ਆਖਿਆ ਜਾਂਦਾ ਹੈਗਾ। ਇਸ ਕਰਕੇ ਇਹ ਨੀਤੀ ਕਥਾ ਵੀ ਨਹੀਂ ਹੈਗੀ। ਇਹ ਕੀ ਹੈਗੀ ਆ? ਦੰਤ ਕਥਾ ਹੈਗੀ ਆ। ਜਿਹੜੀ ਦੰਤ ਕਥਾ ਹੁੰਦੀ ਹੈ ਮੂਲ ਰੂਪ ਦੇ ਵਿੱਚ, ਉਹਦੇ ਵਿੱਚ ਇਤਿਹਾਸ ਤੇ ਮਿਥਿਹਾਸ ਦੋਵਾਂ ਦਾ ਮਿਲਗੋਭਾ ਹੁੰਦਾ ਹੈਗਾ, ਦੋਵਾਂ ਦਾ ਮਿਕਸਅਪ ਹੁੰਦਾ ਹੈਗਾ। ਇਸ ਕਰਕੇ ਜਿਹੜੀ ਹੈਗੀ ਆ, ਇਹ ਸਾਡਾ ਆਨਸਰ ਆਏਗਾ ਸੀ। ਇਹ ਦੰਤ ਕਥਾ ਹੈਗੀ ਆ। ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ, ਇਹ ਕੀ ਹੈ? ਤੋ ਇਹ ਕਿਹੜਾ ਰੂਪ ਹੈਗਾ ਲੋਕ ਸਾਹਿਤ ਦਾ? ਤੋ ਇਹ ਮੂਲ ਰੂਪ ਦੇ ਵਿੱਚ ਲੋਕ ਸਾਹਿਤ ਦਾ ਜਿਹੜਾ ਹੈਗਾ ਇਹ ਅਖਾਣ ਹੈ। ਇੱਕ ਅਖਾਣ ਬਜ਼ੁਰਗਵਾਰ ਦਾ ਇੱਕ ਕਸੀਦਿਆ ਹੋਇਆ, ਜ਼ਿੰਦਗੀ ਦੇ ਤਜਰਬਿਆਂ ਚੋਂ ਕਸੀਦਿਆ ਹੋਇਆ ਇੱਕ ਸੱਚ ਹੁੰਦਾ ਹੈਗਾ। ਤੋ ਉਸ ਸੱਚ ਨੂੰ ਜਿਹੜਾ ਮੂੰਹੋਂ ਮੂੰਹੀਂ ਕਿਹਾ ਜਾਂਦਾ ਹੈਗਾ, ਜਦੋਂ ਮੂੰਹੋਂ ਮੂੰਹੀਂ ਉਹਨੂੰ ਆਖਿਆ ਜਾਂਦਾ, ਉਹਨੂੰ ਉਹ ਕੀ ਬਣ ਜਾਂਦਾ? ਅਖਾਣ ਬਣ ਜਾਂਦਾ ਹੈਗਾ। ਤੋ ਇਹ ਇੱਕ ਅਖਾਣ ਹੈਗਾ। ਸਾਡਾ ਆਨਸਰ ਜਿਹੜਾ ਹੈਗਾ ਉਹ ਇੱਥੇ ਬੀ ਆਏਗਾ। ਇਹ ਇੱਕ ਅਖਾਣ ਹੈਗੀ। ਲੋਕਵਾਰਾਂ ਦਾ ਸੰਪਾਦਕ ਕੌਣ ਹੈ? ਇੱਥੇ ਸਾਡੇ ਕੋਲੇ 4 ਆਪਸ਼ਨ ਨੇ। ਤੋ ਪਿਆਰਾ ਸਿੰਘ ਪਦਮ ਹੈਗਾ, ਸ਼ਮਸ਼ੇਰ ਸਿੰਘ ਅਸ਼ੋਕ ਹੈ, ਅਹਿਮਦ ਸਲੀਮ ਹੈ ਜਾਂ ਇਸ਼ਹਾਕ ਮੁਹੰਮਦ ਹੈ। ਤੋ ਸਾਡਾ ਇੱਥੇ ਆਨਸਰ ਜਿਹੜਾ ਹੈਗਾ ਉਹ ਸ਼ਮਸ਼ੇਰ ਸਿੰਘ ਅਸ਼ੋਕ ਹੈਗਾ। ਇਸ ਨੇ ਲੋਕਵਾਰਾਂ ਨੂੰ ਸੰਪਾਦਿਤ ਕੀਤਾ ਹੈਗਾ। ਲੋਕ ਵਿਸ਼ਵਾਸ ਦਾ ਪ੍ਰਕਾਰਜ ਹੈ। ਦੇਵੀ ਸ਼ਕਤੀਆਂ ਦੀ ਆਰਾਧਨਾ, ਮਹਿਮਾ ਭਰਮਾਂ ਦਾ ਪ੍ਰਗਟਾਵਾ, ਸੰਭਾਵੀ ਵਿਪਤਾ ਤੋਂ ਬਚਾਓ ਜਾਂ ਫਿਰ ਸਾਰੇ ਹੀ ਹੈਗੇ ਨੇ। ਤੋ ਲੋਕ ਵਿਸ਼ਵਾਸ ਦੇ ਵਿੱਚ ਇਹਦੇ ਅੰਤਰਗਤ ਇਹ ਸਾਰਾ ਕੁਝ ਹੀ ਆਉਂਦਾ ਹੈਗਾ। ਉੱਥੇ ਜਿਹੜੀਆਂ ਡਿਵਾਈਨ ਪਾਵਰਸ ਨੇ, ਦੇਵੀ ਸ਼ਕਤੀਆਂ ਹੈਗੀਆਂ ਨੇ, ਉਹਨਾਂ ਦੀ ਵੀ ਆਰਾਧਨਾ ਉਹ ਕੀਤੀ ਜਾਂਦੀ ਹੈ। ਫਿਰ ਇਹਦੇ ਵਿੱਚ ਆਰਾਧਨਾ ਕਰਨ ਦਾ ਪਰਪਸ ਕੀ ਹੁੰਦਾ? ਉੱਥੇ ਵਹਿਮ ਭਰਮ ਹੁੰਦੇ ਨੇ। ਵਹਿਮਾਂ ਭਰਮਾਂ ਦੇ ਵਿੱਚ ਆ ਕੇ ਜਿਹੜਾ ਹੈਗਾ ਇਹਨਾਂ ਦੀ ਆਰਾਧਨਾ ਕੀਤੀ ਜਾਂਦੀ ਹੈ। ਔਰ ਆਰਾਧਨਾ ਕਿਉਂ ਕੀਤੀ ਜਾਂਦੀ ਹੈ? ਤਾਂ ਕਿ ਆਉਣ ਵਾਲੀ ਵਿਪਤਾ ਤੋਂ ਜਿਹੜਾ ਹੈਗਾ ਉਹ ਬਚਾਅ ਹੋ ਸਕੇ। ਇਸ ਕਰਕੇ ਜਿਹੜਾ ਇਹਦਾ ਆਨਸਰ ਆਏਗਾ ਸਾਡਾ ਉਹ ਡੀ ਆਏਗਾ। ਉਪਰੋਕਤ ਸਾਰੇ ਆਏ। ਸਿਹਰਾਬੱਦੀ ਦੀ ਰਸਮ ਕੌਣ ਨਿਭਾਉਂਦਾ ਹੈ? ਤੋ ਜਿਹੜਾ ਸਿਹਰਾ ਹੈਗਾ ਉਹ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਤੇ ਵਿਆਹ ਦੇ ਸਮੇਂ ਹੈਗਾ ਉਹ ਬੰਨਿਆ ਜਾਂਦਾ। ਇਸ ਕਰਕੇ ਸਾਡਾ ਆਨਸਰ ਇੱਥੇ ਜਿਹੜਾ ਹੈਗਾ ਉਹ ਡੀ ਆਪਣਾ ਸੀ ਆਏਗਾ। ਸੀ ਆਨਸਰ ਹੈਗਾ ਇੱਥੇ, ਸੀ ਆਏਗਾ। ਕਿਹੜਾ ਜੁੱਟ ਸਹੀ ਹੈ? ਮਛਲੀ ਹੱਥ ਦਾ ਗਹਿਣਾ ਗਲਤ ਹੈ। ਮਛਲੀ ਹੱਥ ਦਾ ਗਹਿਣਾ ਨਹੀਂ ਹੁੰਦਾ। ਆਰਸੀ ਨੱਕ ਦਾ ਗਹਿਣਾ, ਇਹ ਵੀ ਗਲਤ ਹੈ। ਆਰਸੀ ਅੰਗੂਠੇ ਦੇ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੁੰਦਾ ਹੈ। ਭਾਈ ਗੁਰਦਾਸ ਜੀ ਇਸ ਸੰਦਰਭ ਦੇ ਵਿੱਚ ਕਹਿੰਦੇ ਨੇ, ਆਪਣੜੇ ਹੱਥ ਆਰਸੀ ਆਪੇ ਵੇਖੈ। ਤੋ ਆਰਸੀ ਇੱਕ ਪ੍ਰਕਾਰ ਦਾ ਮਿਰਰ ਹੁੰਦਾ ਸੀਗਾ, ਵੱਡਾ ਸਾਰਾ ਨਗ ਲੱਗਿਆ ਹੁੰਦਾ ਉਹਦੇ ਵਿੱਚ, ਔਰ ਮਿਰਰ ਹੁੰਦਾ ਸੀਗਾ। ਉਸ ਵੇਲੇ ਉਹ ਅੰਗੂਠੇ 'ਚ ਪਾਇਆ ਜਾਂਦਾ ਸੀ। ਔਰਤਾਂ ਆਪਣਾ ਹਾਰ ਸ਼ਿੰਗਾਰ ਉਹਦੇ ਨਾਲ ਦੇਖਦੀਆਂ ਸੀ। ਤੋ ਜਿਹੜਾ ਹੈਗਾ ਨੱਤੀਆਂ ਗਲ ਦਾ ਗਹਿਣਾ, ਇਹ ਵੀ ਗਲਤ ਹੈ। ਨੱਤੀਆਂ ਕੰਨਾਂ 'ਚ ਪਾਇਆ ਜਾਣ ਵਾਲਾ ਗਹਿਣਾ ਹੁੰਦਾ ਹੈ। ਤੋ ਕਰੈਕਟ ਜਿਹੜਾ ਆਨਸਰ ਹੈਗਾ ਤੋੜੇ ਪੈਰਾਂ ਦਾ ਗਹਿਣਾ, ਜੋ ਪੈਰਾਂ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਅਭੂਖਣ ਹੁੰਦਾ ਹੈਗਾ। ਦੰਤ ਕਥਾ ਦਾ ਆਧਾਰ ਹੈ ਪ੍ਰੇਤ ਤੇ ਜਨੌਰ, ਇਹ ਗਲਤ ਹੈ। ਇਹਦਾ ਪਰੀ ਤੇ ਪ੍ਰੇਤ, ਇਹ ਵੀ ਗਲਤ ਹੈ। ਨੀਤੀ ਤੇ ਆਦਰਸ਼, ਇਹ ਵੀ ਗਲਤ ਹੈ। ਇਹ ਇਤਿਹਾਸ ਮੈਂ ਪਹਿਲਾਂ ਰਾਣੀ ਕੋਕਲਾਂ ਵਾਲੇ 'ਚ ਦੱਸ ਕੇ ਗਿਆ ਵਾਂ ਵੀ ਇਹ ਇਤਿਹਾਸ ਤੇ ਜਿਹੜਾ ਹੈਗਾ ਮਿਥਿਹਾਸ ਦਾ ਜਿਹੜਾ ਹੈਗਾ ਸੁਮੇਲ ਹੁੰਦੀ ਹੈਗੀ ਆ। ਇਸ ਕਰਕੇ ਸਾਡਾ ਕਰੈਕਟ ਆਨਸਰ ਹੈਗਾ ਜਿਹੜਾ ਉਹ ਬੀ ਆਏਗਾ। ਤੁਸੀਂ ਬੀ ਚੂਜ਼ ਕਰਨਾ ਹੈਗਾ ਜੇਕਰ ਇਹੋ ਜਿਹਾ ਕੁਐਸਚਨ ਉੱਥੇ ਆਉਂਦਾ ਹੈਗਾ ਤਾਂ। ਸਟੱਡੀ ਆਫ ਫੋਕਲੋਰ ਕਿਸ ਦੀ ਰਚਨਾ ਹੈ? ਤੋ ਇੱਥੇ ਸਾਡੇ ਕੋਲ 4 ਜਿਹੜੇ ਪੱਛਮੀ ਚਿੰਤਕ ਨੇ। ਇਹਦਾ ਸਹੀ ਨਾਂ E.B. ਟਾਇਲਰ ਹੈ। ਇੱਥੇ ਬੀ ਪੜ੍ਹਨਾ ਹੈਗਾ ਇਹਨੂੰ, ਅੰਗਰੇਜ਼ੀ ਵਾਲੀ ਬੀ। E.B. ਟਾਇਲਰ, ਲੈਵੀ ਸਟ੍ਰੌਸ, ਕਲੌਡ ਲੈਵੀ ਸਟ੍ਰੌਸ, ਐਲਨ ਡੰਡੀਜ਼ ਜਾਂ ਰੈਡਕਲਿਫ ਬਰਾਊਨ। ਤੋ ਇਹਦੀ ਜਿਹੜੀ ਕਰੈਕਟ ਇਹਦੀ ਆਨਸਰ ਹੈਗਾ ਉਹ ਸੀ ਹੈਗਾ। ਇਹ ਕਿਤਾਬ ਐਲਨ ਡੰਡੀਜ਼ ਦੀ ਹੈ। ਬੜੀ ਵੱਡੀ ਕਿਤਾਬ ਹੈਗੀ ਆ, ਬੜੀ ਪ੍ਰਤਿਸ਼ਠਿਤ ਕਿਤਾਬ ਹੈਗੀ ਆ ਫੋਕਲੋਰ ਦੇ ਸੰਦਰਭ ਦੇ ਵਿੱਚ।
ਐਲਨ ਡੰਡੀਜ਼ ਦੀ ਇਹ ਕਿਤਾਬ ਹੈਗੀ ਆ। ਦੀਵਾ ਬਲੇ ਸਾਰੀ ਰਾਤ ਦਾ ਰਚੇਤਾ ਹੈ। ਤੋ ਇਹ ਲੋਕ ਇਹਦੇ ਵਿੱਚ ਜਿਹੜੇ ਗੀਤ ਨੇ ਉਹ ਇਹ ਕਿਤਾਬ ਲੋਕ ਗੀਤਾਂ ਦੀ ਕਿਤਾਬ ਹੈਗੀ ਆ। ਲੋਕ ਗੀਤਾਂ ਦਾ ਸੰਗ੍ਰਹਿ ਹੈ। ਸੰਗ੍ਰਹਿ ਇਹਦਾ ਜਿਹੜਾ ਸੰਪਾਦਕ ਹੈ, ਇੱਥੇ ਰਚੇਤਾ ਲਿਖਿਆ ਗਿਆ ਕਿੰਤੂ ਇਹ ਸੰਪਾਦਕ ਹੈ, ਸੰਪਾਦਕ। ਤੋ ਇਹ ਹੈਗਾ ਜਿਹੜਾ ਇਹਦਾ ਕਰੈਕਟ ਆਨਸਰ ਹੈਗਾ, ਇਹ ਹੈਗਾ ਦਵਿੰਦਰ ਸਤਿਆਰਥੀ। ਉਹਨਾਂ ਦੀ ਕਿਤਾਬ ਹੈਗੀ ਇਹ ਦੀਵਾ ਬਲੇ ਸਾਰੀ ਰਾਤ। ਸੱਭਿਆਚਾਰ ਵਿੱਚ ਪਰਿਵਰਤਨ, ਉਹ ਕਹਿੰਦਾ ਤੇਜ਼ੀ ਨਾਲ ਆਉਂਦਾ ਹੈ, ਸੰਭਵ ਨਹੀਂ, ਹੌਲੀ ਹੌਲੀ ਆਉਂਦਾ ਹੈ, ਜਾਂ ਕੋਈ ਵੀ ਠੀਕ ਨਹੀਂ। ਇਹਨਾਂ ਵਿੱਚੋਂ ਕਰੈਕਟ ਜਿਹੜਾ ਆਨਸਰ ਹੈਗਾ ਉਹ ਹੈਗਾ ਸੀ। ਸੱਭਿਆਚਾਰ ਦੇ ਵਿੱਚ ਜਿਹੜਾ ਪਰਿਵਰਤਨ ਹੈਗਾ, ਜਿਹੜਾ ਉਹਦੇ ਵਿੱਚ ਟਰਾਂਸਫਰਮੇਸ਼ਨ ਹੈਗੀ ਆ, ਉਹ ਧੀਰੇ ਧੀਰੇ ਆਉਂਦੀ ਹੈਗੀ ਆ। ਤੇਜ਼ੀ ਨਾਲ ਕਦੇ ਵੀ ਕੋਈ ਸੱਭਿਆਚਾਰ ਵਿੱਚ ਪਰਿਵਰਤਨ ਨਹੀਂ ਆਉਂਦਾ ਹੁੰਦਾ, ਨਾ ਹੀ ਇਹ ਹੁੰਦਾ ਕਿ ਸੱਭਿਆਚਾਰ ਵਿੱਚ ਪਰਿਵਰਤਨ ਨਾ ਹੀ ਹੋਵੇ। ਮੰਨ ਕੇ ਚੱਲੋ ਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਜੰਮੇ ਪਲੇ ਹੈਗੇ ਹਾਂ, ਤੋ 60-70 ਸਾਲ ਪਹਿਲਾਂ ਜਿਹੜਾ ਸਾਡਾ ਰਹਿਣ ਸਹਿਣ ਸੀ, ਖਾਣ ਪੀਣ ਸੀ, ਉਹ ਥੋੜ੍ਹਾ ਜਿਹਾ ਵੱਖਰਾ ਸੀਗਾ। ਅੱਜ ਸਮੇਂ ਨਾਲ ਹੌਲੀ ਹੌਲੀ ਅਸੀਂ ਪੱਛਮ ਦਾ ਜਿਹੜਾ ਸੱਭਿਆਚਾਰ ਹੈਗਾ ਉਹਨੂੰ ਅਡੋਪਟ ਕਰ ਰਹੇ ਹੈਗੇ ਹਾਂ, ਉਹਦੀਆਂ ਲੀਹਾਂ 'ਤੇ ਚੱਲ ਰਹੇ ਹੈਗੇ ਹਾਂ। ਤੋ ਇੱਕਦਮ ਤੇ ਨਹੀਂ ਇਹ ਹੋਇਆਗਾ ਵੀ ਇੱਕਦਮ ਅਸੀਂ ਪੈਂਟ ਕੋਟ ਪਾਉਣੇ ਸ਼ੁਰੂ ਕਰਤੇ, ਬਰਗਰ ਪੀਜੇ ਖਾਣੇ ਸ਼ੁਰੂ ਕਰਤੇ, ਅੰਗਰੇਜ਼ੀ ਪੜ੍ਹਨੀ ਸ਼ੁਰੂ ਕਰਤੀ। ਤੋ ਇੱਕਦਮ ਨਹੀਂ ਇਹ ਹੋਇਆ ਹੈਗਾ, ਜਾਂ ਉਹਨਾਂ ਵਾਂਗੂ ਰਹਿਣਾ ਸਹਿਣਾ ਸ਼ੁਰੂ ਕਰਤਾ। ਤੋ ਇਹ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਜਿਹੜਾ ਹੈਗਾ ਉਹ ਬਦਲਿਆ ਹੈਗਾ। ਵਿਆਹਾਂ ਦੇ ਵਿੱਚ ਜਿਹੜਾ ਹੈਗਾ ਸਿਸਟਮ, ਹੁਣ ਪੈਲਸਾਂ ਦਾ ਸਿਸਟਮ ਹੋ ਗਿਆ ਜੀ। ਖਾਣੇ ਜਿਹੜੇ ਹੈਗੇ ਨੇ ਉਹ ਟਰਡੀਸ਼ਨਲ ਖਾਣਿਆਂ ਤੋਂ ਬਿਨਾਂ ਹੋਰ ਜਿਹੜੇ ਹੋਰ ਡਿਸ਼ਾਂ ਹੈਗੀਆਂ ਬਾਹਰ ਦੀਆਂ, ਉਹ ਖਾਣੀਆਂ ਜੇ ਸ਼ੁਰੂ ਹੋ ਗਈਆਂ ਵਿਆਹਾਂ ਦੇ ਵਿੱਚ ਜਾਂ ਹੋਰ ਕਿਤੇ। ਤੋ ਇਸ ਕਰਕੇ ਪਰਿਵਰਤਨ ਜਿਹੜਾ ਹੈਗਾ ਇਹ ਹੌਲੀ ਹੌਲੀ ਆਇਆ ਹੈਗਾ, ਇੱਕ ਦਿਨ ਦੇ ਵਿੱਚ ਨਹੀਂ ਆਉਂਦਾ ਹੈਗਾ। ਤੋ ਇਸ ਕਰਕੇ ਸਾਡਾ ਆਨਸਰ ਜਿਹੜਾ ਉਹ ਸੀ ਆਏਗਾ ਇੱਥੇ। ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ, ਲੋਕ ਗੀਤ ਦਾ ਸੰਬੰਧ ਹੈ ਕਿਹਦੇ ਨਾਲ ਹੈ? ਸੰਸਕਾਰ ਨਾਲ ਨਹੀਂ ਹੈਗਾ, ਲੋਕ ਖੇਡ ਨਾਲ ਵੀ ਨਹੀਂ, ਮੌਸਮ ਨਾਲ ਵੀ ਨਹੀਂ, ਇਹ ਤਿਉਹਾਰ ਨਾਲ ਹੈ। ਬੱਚੇ ਜਦੋਂ ਇਹ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਹੈ, ਤਾਂ ਬੱਚੇ ਜਦੋਂ ਲੋਹੜੀ ਮੰਗਦੇ ਨੇ, ਕਿਸੇ ਦੇ ਬਾਰ ਦੇ ਵਿੱਚ ਖੜੇ ਹੁੰਦੇ ਨੇ ਲੋਹੜੀ ਲੈਣ ਵਾਸਤੇ, ਤਾਂ ਉਦੋਂ ਗੀਤ ਗਾਇਆ ਜਾਂਦਾ ਕਿ ਜਲਦੀ ਜਲਦੀ ਉਹਨਾਂ ਨੂੰ ਜਿਹੜਾ ਹੈਗਾ ਕੁਝ ਦਿੱਤਾ ਜਾਵੇ ਜਾਂ ਲੋਹੜੀ ਉਹਨਾਂ ਨੂੰ ਪਾਈ ਜਾਵੇ। ਤਾਂ ਇਸ ਕਰਕੇ ਇਹਦਾ ਸੰਬੰਧ ਜਿਹੜਾ ਹੈਗਾ ਉਹ ਤਿਉਹਾਰ ਨਾਲ ਹੈ। ਭੁੱਗਾ ਕੀ ਹੈ? ਤੋ ਭੁੱਗਾ ਇੱਕ ਲੋਕ ਪਕਵਾਨ ਹੈ। ਤਿਲਾਂ ਦਾ ਤਿਲ ਤੇ ਗੁੜ ਨੂੰ ਰਲਾ ਕੇ ਗੱਚਕ ਵਰਗੀ ਇੱਕ ਪਦਾਰਥ ਬਣਾਇਆ ਜਾਂਦਾ, ਉਹਨੂੰ ਭੁੱਗਾ ਆਖਿਆ ਜਾਂਦਾ। ਕਈ ਤਾਂ ਭੁਜੀਆ ਹੁੰਦਾ ਹੈਗਾ ਜਿਹੜਾ, ਉਹਨੂੰ ਵੀ ਉਹ ਕਹਿੰਦੇ ਨੇ, ਪਰੰਤੂ ਉਹ ਸਹੀ ਨਹੀਂ ਹੁੰਦਾ। ਗੁੜ ਤੇ ਤਿਲਾਂ ਦਾ ਬਣਾਇਆ ਗਿਆ ਇੱਕ ਪਕਵਾਨ ਹੁੰਦਾ ਹੈਗਾ, ਉਸਨੂੰ ਭੁੱਗਾ ਆਖਿਆ ਜਾਂਦਾ ਹੈਗਾ। ਸੱਦ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਤੋ ਸੱਦ ਇੱਕ ਲੋਕ ਕਾਵ ਹੈ, ਲੋਕ ਕਾਵ ਦਾ ਨਾਂ ਹੈ। ਗੁਰਬਾਣੀ ਵਿੱਚ ਬੜੀ ਮਸ਼ਹੂਰ ਹੈਗੀ ਆ। ਗੁਰਬਾਣੀ ਵਿੱਚ ਬਾਬਾ ਸੁੰਦਰ ਜੀ ਦੀ ਸੱਦ ਜਿਹੜੀ ਹੈਗੀ ਆ ਬੜੀ ਮਸ਼ਹੂਰ ਹੈ। ਬਾਬਾ ਸੁੰਦਰ ਜੀ ਦੀ ਸੱਦ ਇਹ ਬੜੀ ਮਸ਼ਹੂਰ ਹੈ। ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਦਰਦ, ਉਹਨਾਂ ਦੇ ਵਿਛੋੜੇ ਦੇ ਦਰਦ ਦੇ ਵਿੱਚ, ਉਸ ਕਸਕ ਦੇ ਵਿੱਚ ਜਾਂ ਤੜਪ ਦੇ ਵਿੱਚ ਇਹ ਕਾਵ ਰੂਪ ਰਚਿਆ ਹੈਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲਦਾ ਹੈਗਾ। ਤੋ ਸੱਦ ਦਾ ਅਰਥ ਹੁੰਦਾ ਉੱਚੀ ਆਵਾਜ਼ ਨਾਲ ਬੁਲਾਉਣਾ। ਹਾਲਾਂਕਿ ਸੰਬੰਧ ਇਹਦਾ ਵਿਛੋੜੇ ਨਾਲ ਹੀ ਹੁੰਦਾ, ਇੱਕ ਕਸਕ ਨਾਲ ਹੀ ਹੁੰਦਾ, ਤੜਪ ਨਾਲ ਹੁੰਦਾ ਹੈਗਾ, ਵੇਦਨਾ ਨਾਲ ਹੁੰਦਾ ਹੈਗਾ, ਪਰੰਤੂ ਇਹਦੇ ਸ਼ਾਬਦਿਕ ਅਰਥ ਪੁੱਛੇ ਨੇ ਸਾਡੇ ਕੋਲ ਉਹਨਾਂ ਨੇ। ਤੋ ਇਹਦਾ ਅਰਥ ਹੁੰਦਾ ਕਿਸੇ ਨੂੰ ਉੱਚੀ ਆਵਾਜ਼ ਨਾਲ ਸੱਦਣਾ ਜਾਂ ਬੁਲਾਉਣਾ। ਤੋ ਇਹਦਾ ਕਰੈਕਟ ਆਨਸਰ ਜਿਹੜਾ ਹੈਗਾ ਉਹ ਡੀ ਆਏਗਾ ਸਾਡਾ, ਕਿਸੇ ਨੂੰ ਉੱਚੀ ਆਵਾਜ਼ ਮਾਰਨੀ ਜਾਂ ਬੁਲਾਉਣਾ। ਛਪਾਰ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ? ਤੋ ਜਿਹੜਾ ਛਪਾਰ ਹੈਗਾ ਇਹ ਪਿੰਡ ਹੈ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਹਿਮਦਗੜ੍ਹ ਦੇ, ਮੰਡੀ ਅਹਿਮਦਗੜ੍ਹ ਦੇ ਜਿਹੜਾ ਹੈਗਾ ਇਹ ਨਜ਼ਦੀਕੀ ਪਿੰਡ ਹੈਗਾ ਛਪਾਰ। ਤਾਂ ਉੱਥੇ ਭਾਦੋਂ ਦੀ ਜਿਹੜੀ ਹੈਗੀ ਹੈ 14ਵੀਂ ਨੂੰ ਮੇਲਾ ਲੱਗਦਾ। ਭਾਦੋਂ ਮਹੀਨਾ ਜਿਹੜਾ ਹੁੰਦਾ ਹੈਗਾ ਆਪਣਾ ਦੇਸੀ ਮਹੀਨਾ, ਅਗਸਤ ਜੁਲਾਈ ਉਧਰੋਂ ਆਪਣੇ ਆਉਂਦੇ ਹੈਗੇ ਨੇ, ਅੰਗਰੇਜ਼ੀ ਮਹੀਨੇ ਹੁੰਦੇ ਨੇ। ਤਾਂ ਉਦੋਂ ਭਾਦੋਂ ਦਾ ਜਿਹੜਾ ਮਹੀਨਾ ਹੁੰਦਾ ਹੈਗਾ
ਉਦੋਂ ਉੱਥੇ ਭਾਦੋਂ ਦੀ ਜਿਹੜੀ ਹੈਗੀ ਹੈ 14ਵੀਂ ਨੂੰ ਜਿਹੜਾ ਹੈਗਾ ਤੋ ਮੇਲਾ ਲੱਗਦਾ ਹੈਗਾ ਗੁੱਗੇ ਪੀਰ ਦੀ ਜਿਹੜਾ ਹੈਗਾ ਪਿੰਡ ਦੀ ਪੱਛਮ ਦੀ ਗੁੱਠ ਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਹੈ ਗੁੱਗੇ ਪੀਰ ਦੀ, ਉਹਦੀ ਨਾਲ ਸੰਬੰਧਿਤ ਇੱਥੇ ਮੇਲਾ ਲੱਗਦਾ ਹੈਗਾ। ਤੋ ਇੱਥੇ ਵੀ ਆਨਸਰ ਆਏਗਾ, ਇਹ ਗੁੱਗੇ ਪੀਰ ਨਾਲ ਸੰਬੰਧਿਤ ਹੈਗਾ। ਛਪਾਰ ਮੂਲ ਰੂਪ ਦੇ ਵਿੱਚ ਪਿੰਡ ਦਾ ਨਾਂ ਹੈਗਾ, ਇੱਕ ਪਿੰਡ ਹੈ ਛਪਾਰ ਇਸ ਉੱਥੇ। ਸਾਲੂ ਕੀ ਹੈ? ਇਹ ਹੈਗਾ ਲਾੜੀ ਦੇ ਸਿਰ ਦਾ ਲਾਲ ਰੰਗ ਦਾ ਕੱਪੜਾ। ਜਦੋਂ ਵਿਆਹ ਵੇਲੇ ਕੁੜੀ ਦੇ ਸਿਰ ਦੇ ਉੱਪਰ ਜਿਹੜੇ ਲਾਲ ਰੰਗ ਦਾ ਚੁੰਨੀ ਲਈ ਹੁੰਦੀ ਹੈਗੀ ਜਾਂ ਫੁਲਕਾਰੀ ਜਾਂ ਕੱਪੜਾ ਲਿਆ ਹੁੰਦਾ, ਉਹਨੂੰ ਸਾਲੂ ਆਖਿਆ ਜਾਂਦਾ ਹੈਗਾ। ਸੱਧ ਬਾਣੀ ਦਾ ਬਾਣੀਕਾਰ ਕੌਣ ਹੈ? ਮੈਂ ਥੋੜਾ ਸਮਾਂ ਪਹਿਲਾਂ ਹੀ ਦੋ ਕੁਐਸਚਨ ਪਹਿਲਾਂ ਹੀ ਦੱਸ ਕੇ ਗਿਆ ਹੈਗਾ ਕਿ ਇਹਦੇ ਜਿਹੜੇ ਬਾਣੀ ਦੇ ਰਚਨਹਾਰ ਨੇ ਉਹ ਬਾਬਾ ਸੁੰਦਰ ਜੀ ਹੈਗੇ ਨੇ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਉਹਨਾਂ ਦੇ ਵਿਛੋੜੇ ਦੇ ਵਿੱਚ, ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਉਹਨਾਂ ਦੇ ਦਰਦ ਦੇ ਵਿੱਚ ਆਪਣਾ ਜਿਹੜਾ ਸੀਗੀ ਉਹ ਸੱਧ ਰੂਪੀ ਜਿਹੜੀ ਬਾਣੀ ਸੀਗੀ ਉਹ ਰਚੀ ਸੀਗੀ। ਤੇ ਉਹਦੇ ਰਚਨਹਾਰ ਬਾਬਾ ਸੁੰਦਰ ਜੀ ਨੇ। ਪੰਜਾਬੀ ਲੋਕ ਧਾਰਾ ਸਮੱਗਰੀ ਇਕੱਤਰ ਕਰਨ ਦਾ ਕੰਮ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤਾ? ਤੋ ਮੂਲ ਰੂਪ ਦੇ ਵਿੱਚ ਲੋਕ ਧਾਰਾਈ ਜਿਹੜੀ ਸਮੱਗਰੀ ਸੀਗੀ ਉਹਦਾ ਸ਼ੁਰੂਆਤ ਸੀਗੀ ਜਿਹੜੀ ਉਹ ਈਸਾਈ ਮਿਸ਼ਨਰੀਆਂ ਵੱਲੋਂ ਕੀਤੀ ਗਈ ਸੀਗੀ, ਕਿਉਂਕਿ ਈਸਾਈ ਮਿਸ਼ਨਰੀ ਸੀਗੇ ਜਿਹੜੇ ਅੰਗਰੇਜ਼ 1849 ਦੇ ਵਿੱਚ ਤਾਂ ਪੂਰੇ ਪੰਜਾਬ 'ਤੇ ਹੀ ਕਾਬਜ਼ ਹੋ ਜਾਂਦਾ ਹੈ। ਉਸ ਤੋਂ ਪਹਿਲਾਂ 1834-35 ਦੇ ਵਿੱਚ ਛਾਪੇਖਾਨੇ ਲੁਧਿਆਣੇ ਦੇ ਵਿੱਚ ਲੱਗ ਚੁੱਕੇ ਸੀ। ਤੋਂ ਮਿਸ਼ਨ ਪ੍ਰਿੰਸਸ ਉੱਥੇ ਲੱਗੀਆਂ ਸੀਗੀਆਂ, ਈਸਾਈ ਪਾਦਰੀ ਜੀ ਸੀਗੇ। ਤੋਂ ਉਹਨਾਂ ਨੇ ਜਿਹੜਾ ਸੀਗਾ, ਕਿਉਂਕਿ ਜਿਹੜੇ ਵੀ ਤੁਸੀਂ ਕਿਸੇ ਦੇਸ਼ ਦੇ ਉੱਪਰ ਜਾਂ ਕਿਸੇ ਭੂ-ਭਾਗ ਦੇ ਉੱਪਰ ਸ਼ਾਸਨ ਕਰਨਾ, ਤੁਹਾਨੂੰ ਉੱਥੋਂ ਦੀ ਸੱਭਿਆਚਾਰ, ਉੱਥੋਂ ਦੀ ਧਰਮ, ਰਾਜਨੀਤੀ ਅਤੇ ਲੋਕ ਕਲਾ ਵਗੈਰਾ ਦਾ ਪਤਾ ਹੋਣਾ ਚਾਹੀਦਾ ਹੈ। ਇਸੇ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ ਅੰਗਰੇਜ਼ਾਂ ਨੇ ਜਿਹੜਾ ਸੀਗਾ ਈਸਾਈਆਂ ਦਾ ਪਾਦਰੀਆਂ ਦੀ ਡਿਊਟੀ ਲਾਈ ਸੀ ਕਿ ਉਹ ਉੱਥੋਂ ਦਾ ਜਿਹੜਾ ਸੀਗਾ ਲੋਕ ਧਾਰਾਈ ਸਮੱਗਰੀ ਸੀਗੀ ਜਿਹੜੀ ਸਾਡੀ ਪੰਜਾਬ ਦੀ, ਉਹਨੂੰ ਇਕੱਤਰ ਕਰਨ। ਤੋ ਇਸ ਕਰਕੇ ਕਈ ਤਾਂ ਕਹਿੰਦੇ ਨੇ ਕਿ ਦਵਿੰਦਰ ਸਤਿਆਰਥੀ ਨੇ ਆਰੰਭ ਕੀਤਾ ਸੀ। ਨੋ ਡਾਊਟ ਦਵਿੰਦਰ ਸਤਿਆਰਥੀ ਵੀ ਇਸ ਕੰਮ ਦੇ ਵਿੱਚ ਬੜਾ ਹੀ ਉਹ ਕਾਰਗਰ ਕੰਮ ਕੀਤਾ ਹੈਗਾ, ਉਹਨਾਂ ਨੇ ਬੜੇ ਉਹ ਐਕਟਿਵ ਰਹੇ ਨੇ। ਪਰ ਮੂਲ ਰੂਪ ਦੇ ਵਿੱਚ ਇਹਦਾ ਆਰੰਭ ਸੀਗਾ ਸਭ ਤੋਂ ਪਹਿਲਾਂ ਉਹ ਈਸਾਈ ਮਿਸ਼ਨਰੀਆਂ ਨੇ ਕੀਤਾ ਸੀਗਾ। ਤੋ ਇਹਦਾ ਇਹ ਆਨਸਰ ਇਹ ਆਏਗਾ। ਵੱਟੇ ਦਾ ਵਿਆਹ ਕੀ ਹੁੰਦਾ ਹੈ? ਤੋ ਵੱਟੇ ਦਾ ਵਿਆਹ ਹੁੰਦਾ ਹੈਗਾ ਜਿਹੜਾ ਉਹ ਕੁੜੀ ਦੇ ਕੇ ਤੇ ਕੁੜੀ ਲੈਣੀ, ਵੱਟੇ ਦਾ ਵਿਆਹ ਉਸ ਨੂੰ ਆਖਿਆ ਜਾਂਦਾ। ਵਿਆਹਾਂ ਦੀਆਂ ਮੂਲ ਰੂਪ ਦੇ ਵਿੱਚ ਕਈ ਕਿਸਮਾਂ ਹੁੰਦੀਆਂ ਨੇ, ਜਿਵੇਂ ਪੁੰਨ ਦਾ ਵਿਆਹ, ਪੁੰਨ ਦਾ ਵਿਆਹ। ਨੰਬਰ 2 ਕਰੇਵਾ। ਨੰਬਰ 3 ਚਾਦਰ ਪਾਉਣੀ, ਚਾਦਰ ਪਾਉਣੀ ਜਾਂ ਪੱਗ ਬਣਾਉਣੀ, ਪੱਗ ਬਣਾਉਣੀ ਵੀ ਕਹਿ ਦਿੰਦੇ ਨੇ। ਵੱਟੇ ਦਾ ਵਿਆਹ, ਵਿਆਹ, ਮੁੱਲ ਦਾ ਵਿਆਹ। ਸੋ ਇਹ ਵਿਆਹਾਂ ਦੀਆਂ ਅਲੱਗ-ਅਲੱਗ ਕਿਸਮਾਂ ਹੈਗੀਆਂ ਨੇ ਸਮਾਜ ਦੇ ਵਿੱਚ। ਤੋਂ ਵੱਟੇ ਦਾ ਵਿਆਹ ਹੁੰਦਾ ਵੀ ਕੁੜੀ ਦੇਣੀ ਤੇ ਕੁੜੀ ਲੈਣੀ। ਸਾਂਗ ਕੀ ਹੈ? ਤੋ ਸਾਂਗ ਲੋਕ ਨਾਟਕ ਹੈ ਕਿਸੇ ਦਾ। ਸਾਂਗ ਸੰਸਕ੍ਰਿਤ ਦੇ ਸਵਾਂਗ ਤੋਂ ਬਣਿਆ ਹੈਗਾ, ਜੋ ਕਿਸੇ ਦੀ ਨਕਲ ਕਰਨੀ, ਕਿਸੇ ਦੀ ਨਕਲ ਕਰਨੀ। ਤੋ ਨਕਲ ਕਰਨੀ ਇਹ ਲੋਕ ਨਾਟ ਹੈਗਾ, ਇਸ ਕਰਕੇ ਆਨਸਰ ਸਾਡਾ ਇੱਥੇ B ਆਏਗਾ। ਲੋਕ ਸਾਹਿਤ ਨੂੰ ਨਿਮਨ ਸਾਹਿਤ ਦਾ ਦਰਜਾ ਦਿੱਤਾ ਹੈਗਾ, ਤੋ ਇਹ ਆਨਸਰ ਹੈਗਾ ਜੀ D। ਇਹ ਸੰਤ ਸਿੰਘ ਸੇਖੋਂ ਨੇ ਜਿਹੜਾ ਹੈਗਾ ਲੋਕ ਸਾਹਿਤ ਨੂੰ ਉਹ ਨਿਮਨ ਸਾਹਿਤ ਕਹਿੰਦਾ ਹੈਗਾ, ਗੁਰਬਾਣੀ ਨੂੰ ਉਹ ਪਰਾ ਸਾਹਿਤ ਕਹਿੰਦਾ ਹੈਗਾ, ਕਿੱਸਾ ਸਾਹਿਤ ਨੂੰ ਅਦਮ ਸਾਹਿਤ ਕਹਿੰਦਾ ਹੈਗਾ। ਤੋ ਇਸ ਕਰਕੇ ਜਿਹੜਾ ਹੈਗਾ ਇਹਦਾ ਆਨਸਰ ਹੈਗਾ ਸੰਤ ਸਿੰਘ ਸੇਖੋਂ ਦੀ ਇਹ ਸਟੇਟਮੈਂਟ ਸੀਗੀ, ਉਹ ਲੋਕ ਸਾਹਿਤ ਨੂੰ ਨਿਮਨ ਦਰਜੇ ਦਾ ਸਾਹਿਤ ਕਹਿੰਦਾ ਹੈਗਾ। ਭੁਗਤੀਆਂ ਗਹਿਣਾ ਹੈ, ਇਹ ਗਲ ਵਿੱਚ ਪਾਉਣ ਵਾਲਾ ਗਹਿਣਾ ਹੈਗਾ। ਆਨਸਰ ਜਿਹੜਾ ਆਏਗਾ ਉਹ C ਆਏਗਾ, ਗਲੇ ਵਿੱਚ ਪਾਉਣ ਵਾਲਾ ਗਹਿਣਾ ਹੁੰਦਾ ਹੈ। ਲੁਕਣ ਮਿੱਟੀ ਦੀ ਖੇਡ ਦਾ ਸੰਬੰਧ ਹੈ, ਲੁਕਣ ਮਿੱਟੀ ਖੇਡ ਦਾ ਸੰਬੰਧ ਹੈ। ਤੋ ਇਹ ਇੱਕ ਰਸਮੀ ਖੇਡ ਹੁੰਦੀ ਹੈਗੀ ਆ, ਇੱਕ ਲੋਕ ਖੇਡ ਹੈ ਔਰ ਇੱਕ ਰਸਮੀ ਖੇਡ ਹੁੰਦੀ ਹੈਗੀ ਆ। ਪੰਜਾਬੀ ਲੋਕ ਸਾਹਿਤ ਸ਼ਾਸਤਰ ਦਾ ਰਚੇਤਾ ਹੈ, ਇਹਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ 4 ਆਪਸ਼ਨ ਨੇ। ਕਰਨੈਲ ਸਿੰਘ ਥਿੰਦ ਨੇ,
नार सिंह ने, वणजारा बेदी ने, ਜਾਂ डॉक्टर जसविंदर सिंह ने। तो डॉक्टर जसविंदर सिंह की ये किताब हैगी पंजाबी लोक ਸਾਹਿਤ शास्त्र। पदार्थक सभ्याचार का अंश नहीं है। लोक धंधे, खेतीबाड़ी के औजार, पहरावा या कानूनी नियम। तो आंसर साडा हैगा डी आएगा, कानूनी नियम ये अंतर्गत नहीं आते हैगे। भाषा दात है। तो 4 ऑप्शन ने साडे कोल, कुदरत दी है, इतिहास दी है या मनुख दी है। तो मूल रूप दे विच भाषा जिहड़ी हैगी वो समाज दी दात हैगी आ। तुसीं जिहो जिहे समाज दे विच रहिंदे हो, जिहो जिहे समाज दे विच विचरदे हो, तुसीं उत्थों दी भाषा दे विच प्रवीण हुंदे हैगे हो। तो भाषा कुदरत दी कोई दात नहीं हुंदी। जे कुदरत दी दात हुंदी ते रंग, नस्ल ਜਾਂ फिर साडे हत्थां पैरां वांगू सारिਆਂ विचकार ਇੱਕੋ ਜਿਹੀ वंडी जानी सीगी। तो सारे संसार के लोगों ने एक ही भाषा बोलनी सीगी। तो भाषा समाज पर निर्भर करती है। जिहो जे समाज तुसीं रहंदे हो वो उत्थों दी तुसीं भाषा बोलदे हैगे हो। तीयां त्यौहार है। तो इहदे विच जिहड़ा हैगा साडे कोल 4 ऑप्शन ने। तो सही आंसर जिहड़ा साडा आएगा डी आएगा, पंजाबी इस्त्रियां का त्यौहार हैगा। क्योंकि प्रॉब्लम कई बार ना ये देखो ना इक्को जिहा पाया हैगा, विआहियां इस्त्रियां दा, कुआरियां कुड़ियां दा, पेंडू कुड़ियां दा। हुण इहदे विच पर है तो सारियां दियां सारियां पंजाबी ना, इस करके इस चीज़ नूं तुसीं देखना हैगा भी ये सारे नूं ये जिहड़ा हैगा साडा आंसर हैगा कलेवर दे विच अपने विच लैंदा हैगा। इस करके ये सारा ही ये अंतर्गत आउंदा क्योंकि सारियां ही वो पंजाबी इस्त्रियां हुंदियां। तो इस करके आंसर साडा हैगा जिहड़ा वो डी आएगा इत्थे। जरग दे मेले का दूजा नां की है? नाग पंचमी का मेला, बसंत का, गुग्गे का, बैड़िए का मेला। तो जिवें मैं पहला तुहानूं दस्सिया सीगा कि छपार भी, छपार एक पिंड है लुधियाना जिले का। तो उही जिहड़ा जरग है, जरग भी लुधियाने जिले दे विच पाया जाने वाला पिंड है, लुधियाने का पिंड है भी, लुधियाने का एक पिंड हैगा। ते इत्थे शीतला माता की जिहड़ी हैगी आ, शीतला माता की पूजा की जाती है। शीतला माता की उन्हां दा थान बनिया होया है। तो शीतला माता की पूजा की जाती है चेत के नरात्यां दे विच ते उधरों अस्सू के नरात्यां दे विच। तो उत्थे जो उस मेले का नाम जिहड़ा जरग का मेला मशहूर है क्योंकि पिंड जिवें छपार पिंड का नाम है उवें इहदा नाम भी जरग आ पिंड का नाम। तो दूजा नाम जिहड़ा इहदा हैगा वो हैगा बैड़िए का मेला। इहनूं बैड़िए का मेला भी आख्या जाता हैगा इस जरग के मेले। तो इत्थे शीतला माता की जिहड़ी हैगी पूजा हुंदी हैगी है। होले महल्ले का मेला कित्थे लगदा है? तो ये हैगा भी आनंदपुर साहब दे विच गुरु गोबिंद सिंह महाराज ने जिहड़ा सीगा सिखां दे विच नवीं रीति पाई सी होला महल्ला खेडण दी। सिੱਠਣੀਆਂ गाइयां ਜਾਂਦੀਆਂ ਹਨ। सिੱਠਣੀਆਂ उदों गाइयां ਜਾਂਦੀਆਂ ਜਦੋਂ जंज ਢੁੱਕ ਪੈਂਦੀ हैगी ਆ, ਜਦੋਂ जंज कुड़ी वालिਆਂ ਦੇ ਘਰੇ पहुँच ਜਾਂਦੀ है तो उस वेले जिहड़ा हैगा उदों सिੱਠਣੀਆਂ गाइयां ਜਾਂਦੀਆਂ ਹਨ। लोक कहानी की किस विधा विच इतिहासक अंश ज़्यादा हुंदे हन? तो ये हैगा साडा आंसर सी हैगा। सी दंत कथावां दे विच जिहड़ा हैगा लोक ज़्यादा आंसर अपने ज़्यादा मात्रा दे विच अंश जिहड़े इतिहासक अंश पाए जाते हैं। सभ्याचारक अध्ययन लई भाषा विज्ञान मॉडल की वरतों किसने की? सभ्याचार के अध्ययन वास्ते भाषा विज्ञानक मॉडल जिहड़ा हैगा वो किसने वरत्या? तो आंसर जिहड़ा हैगा वो भी हैगा क्लॉड लेवी स्ट्रॉस ने। इसने भाषा विज्ञानक मॉडल की वरतों की हैगी सभ्याचार दे जां कल्चर दे एनालिसिस वास्ते। बहुत सभ्याचारक संचार तो की भाव है? प्रवासी ग्रुपां पार अते आवासी समाजां दा संपर्क, समाजां दा दुभाषी जां बहुभाषी स्वरूप, आवासी समाजां दा सफ़र ते प्रवास, आधुनिक जगत विच लोकधारा दा पसार। तो ये जिहड़ा हैगा है साडा सही करैक्ट आंसर हैगा जिहड़ा हैगा वो ए आएगा क्योंकि प्रवासी ग्रुपां दा ते आवासी समाजां दा जिहड़ा हैगा एक दूजे नाल संपर्क होना उन्होंने बहुत सभ्याचार का जिहड़ा हैगा संचार का नाम दिता जाता है। इसका करैक्ट आंसर साडा ए आएगा। सालू का संबंध किस नाल है? तो सालू मैं पहला दस्सिया सीगा अपना एक क्वेश्चन पहला भी आया सीगा कि लाड़ी दे सिर उपर लैण वाला कपड़ा हुंदा है। तो ये एक लोक पहरावा हैगा।
ਅੱਗੇ ਹੈਗਾ ਹੈ ਸਾਹਾ ਚਿੱਠੀ ਕੌਣ ਕਿਸ ਨੂੰ ਭੇਜਦਾ ਹੈ? ਕੁੜੀ ਦਾ ਪਿਓ ਮੁੰਡੇ ਵਾਲਿਆਂ ਨੂੰ, ਮੁੰਡੇ ਦਾ ਪਿਓ ਕੁੜੀ ਵਾਲਿਆਂ ਨੂੰ, ਨਾਈ ਦੂਸਰੀ ਧਿਰ ਦੇ ਨਾਈ ਨੂੰ, ਲਾਗੀ ਕੁੜੀ ਵਾਲਿਆਂ ਨੂੰ। ਤੋ ਇਹ ਹੈਗਾ ਜਿਹੜਾ ਹੈਗਾ ਕੁੜੀ ਦਾ ਪਿਓ ਮੁੰਡੇ ਵਾਲਿਆਂ ਨੂੰ ਜਿਹੜਾ ਹੈਗਾ ਇਹ ਚਿੱਠੀ ਭੇਜੀ ਜਾਂਦੀ ਹੈ, ਸਾਹੇ ਚਿੱਠੀ ਹੁੰਦੀ ਹੈਗੀ ਆ। ਸਾਹਾ ਹੁੰਦਾ ਵਿਆਹ, ਵਿਆਹ ਦੀ ਚਿੱਠੀ ਹੈਗੀ ਜਿਹੜੀ। ਤੋ ਇਹ ਜਿਹੜਾ ਹੈਗਾ ਕੁੜੀ ਦਾ ਪਿਓ ਮੁੰਡੇ ਵਾਲਿਆਂ ਨੂੰ ਭੇਜਦਾ ਹੈਗਾ। ਗੰਢ ਫੇਰਨਾ ਦੀ ਰਸਮ ਦਾ ਅਰਥ ਹੈ ਸਾਕ ਸੰਬੰਧੀਆਂ ਨੂੰ ਵਿਆਹ ਦਾ ਸੱਦਾ ਦੇਣਾ, ਲੜਕੇ ਦੀ ਮੰਗਣੀ ਤੈਅ ਕਰਨੀ, ਵਿਆਹ ਦਾ ਦਿਨ ਨਿਸ਼ਚਿਤ ਕਰਨਾ, ਨਾਈ ਨੂੰ ਉਸ ਦਾ ਮਿਹਨਤਾਨਾ ਜਿਹੜਾ ਹੈਗਾ ਦੇਣਾ। ਤੋ ਇਹ ਹੈਗਾ ਵਾ ਸਾਡਾ ਆਨਸਰ ਆਏਗਾ ਏ, ਭਾਵ ਕਿਸੇ ਨੂੰ ਵਿਆਹ ਦੇ ਵਿੱਚ ਸੱਦਾ ਦੇਣਾ, ਗੰਢ ਦੇਣੀ, ਸਾਕ ਸੰਬੰਧੀਆਂ ਨੂੰ, ਆਪਣੇ ਰਿਲੇਟਿਵਸ ਨੂੰ, ਉਹਨਾਂ ਨੂੰ ਵਿਆਹ ਦੇ ਵਿੱਚ ਇਨਵਾਈਟ ਕਰਨਾ, ਉਹਨੂੰ ਗੰਢ ਦੇਣਾ ਜਾਂ ਗੰਢ ਫੇਰਨਾ ਆਖਿਆ ਜਾਂਦਾ ਹੈਗਾ। ਮਾਈਏ ਵੇਲੇ ਵਿਆਂਦੜ ਦੇ ਸਿਰ ਤੇ ਕਿਸ ਰੰਗ ਦੇ ਕੱਪੜੇ ਨੂੰ ਤਾਣਿਆ ਜਾਂਦਾ ਹੈਗਾ? ਜਦੋਂ ਉਹਨੂੰ ਮਾਈਏ ਪਾਇਆ ਜਾਂਦਾ ਹੈਗਾ। ਤੋ ਮਾਈਆਂ ਮੂਲ ਰੂਪ ਦੇ ਵਿੱਚ ਜਿਹੜਾ ਮਾਈਏ ਪਾਉਣਾ ਹੁੰਦਾ ਹੈਗਾ ਉਹ ਭੈਣਾਂ ਵੱਲੋਂ ਜਾਂ ਨਾਨਕਿਆਂ ਵੱਲੋਂ ਜਾਂ ਭੂਆ ਵੱਲੋਂ ਵਿਆਹ ਵਾਲੇ ਮੁੰਡੇ ਜਾਂ ਕੁੜੀ ਵਾਸਤੇ ਤੋ ਇੱਕ ਪੰਜੀਰੀ ਜਾਂ ਕੋਈ ਖੋਆ ਵਗੈਰਾ ਬਣਾ ਕੇ ਲਿਆਂਦਾ ਜਾਂਦਾ ਹੁੰਦਾ ਹੈਗਾ। ਤੇ ਉਦੋਂ ਚੌਲ ਵਗੈਰਾ ਬਣਾਏ ਜਾਂਦੇ ਨੇ ਤੇ ਉਹਦੇ ਸਿਰ ਦੇ ਉੱਪਰ ਲਾਲ ਰੰਗ ਦਾ ਕੱਪੜਾ ਤਾਣ ਕੇ ਤੇ ਪੈਰ ਦੇ ਨਾਲ ਇੱਕ ਖੰਮਣੀ ਬੰਨੀ ਜਾਂਦੀ ਹੈ ਜਿਹਦੇ 'ਚ ਕੌਡੀਆਂ, ਪੈਸੇ ਜਾਂ ਕੁਛ ਹੋਰ ਚੀਜ਼ਾਂ ਕਈ ਪਰੋਈਆਂ ਹੁੰਦੀਆਂ ਨੇ। ਤੋਂ ਨਾਲ ਉਹਨੂੰ ਚੌਲ ਖਵਾਏ ਜਾਂਦੇ ਨੇ ਔਰ ਨਾਲ ਜਿਹੜਾ ਉਹ ਪਦਾਰਥ ਲਿਆਂਦਾ ਗਿਆ ਹੁੰਦਾ ਹੈਗਾ ਹੋਰ ਲਾਇਆ ਹੋਇਆ, ਉਹਨੂੰ ਪਾਉਣਾ ਵੀ ਕਹਿੰਦੇ ਨੇ, ਉਹ ਮੁੰਡੇ ਨੂੰ ਦਿੱਤਾ ਜਾਂਦਾ ਖਾਣ ਵਾਸਤੇ ਜਾਂ ਕੁੜੀ ਨੂੰ। ਤੋਂ ਉਹਨੂੰ ਮਾਈਏ ਪਾਉਣਾ ਆਖਿਆ ਜਾਂਦਾ ਹੈਗਾ। ਤੋਂ ਉਸ ਵੇਲੇ ਉਹਦੇ ਸਿਰ ਤੇ ਜਿਹੜਾ ਕੱਪੜਾ ਹੁੰਦਾ ਹੈਗਾ ਉਹ ਲਾਲ ਤਾਣਿਆ ਜਾਂਦਾ ਹੈਗਾ, ਕਿਉਂਕਿ ਲਾਲ ਰੰਗ ਜਿਹੜਾ ਹੈਗਾ ਉਹ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਪੰਜਾਬੀ ਸਮਾਜ ਵਿੱਚ। ਵਟਣਾ ਮਲਣ ਦੀ ਰਸਮ ਕਦੋਂ ਹੁੰਦੀ ਹੈ? ਲਗਨ ਤੋਂ ਕੁਝ ਦਿਨ ਪਹਿਲਾਂ, ਲਗਨ ਤੋਂ ਕੁਝ ਦੇਰ ਪਹਿਲਾਂ, ਜਾਂ ਲਗਨ ਤੋਂ 1 ਦਿਨ ਪਹਿਲਾਂ, ਜਾਂ ਲਗਨ ਤੋਂ 2 ਦਿਨ ਪਹਿਲਾਂ। ਤੋਂ ਮੂਲ ਰੂਪ ਦੇ ਵਿੱਚ ਤਾਂ ਜਿਹੜੀ ਲਗਨ ਤੋਂ ਹੈਗੀ ਆ ਉਹ ਕੁਝ ਦੇਰ ਪਹਿਲਾਂ ਹੁੰਦੀ ਸੀਗੀ, ਪਰ ਹੁਣ ਕੀ ਸਿਸਟਮ ਚੱਲ ਪਿਆ, ਹੁਣ ਲਗਨ ਤੋਂ 1 ਦਿਨ ਪਹਿਲਾਂ ਵੀ ਜਿਹੜਾ ਵਟਣਾ ਹੈਗਾ ਉਹ ਆਪਣਾ ਮਲਿਆ ਜਾਂਦਾ, ਕਿਉਂਕਿ ਨਾਈ ਧੋਈ ਜਿਹੜੀ ਹੈਗੀ ਆ ਵਿਆਹ ਤੋਂ 1 ਦਿਨ ਪਹਿਲਾਂ, ਲਗਨ ਦਾ ਅਰਥ ਹੁੰਦਾ ਵਿਆਹ, ਤੋਂ ਆਨੰਦ ਕਾਰਜ ਜਾਂ ਵਿਆਹ ਤੋਂ 1 ਦਿਨ ਪਹਿਲਾਂ ਵੀ ਹੁਣ ਨਾਈ ਧੋਈ ਹੋ ਜਾਂਦੀ ਹੈਗੀ ਹੈ ਜਾਂ ਵਟਣਾ ਮਲਿਆ ਜਾਂਦਾ ਹੈ। ਪਰ ਅੱਗੇ ਹੁੰਦਾ ਸੀਗਾ ਜਿਹੜਾ ਰਿਵਾਜ ਹੁੰਦਾ ਸੀਗਾ ਉਹ ਕੁਝ ਦੇਰ ਪਹਿਲਾਂ ਹੀ ਮਲਿਆ ਜਾਂਦਾ ਸੀ, ਭਾਵ ਵੀ ਸਵੇਰ ਵੇਲੇ ਵਿਆਹ ਵਾਲੇ ਦਿਨ। ਲਾੜੇ ਨੂੰ ਜੰਝ ਚੜਨ ਤੇ ਸੁਰਮਾ ਪਾਉਂਦੀ ਹੈ। ਤੋਂ ਇੱਥੇ ਸਾਡੇ ਕੋਲ 4 ਆਨਸਰ ਹੈਗੇ ਨੇ, ਭਾਬੀ ਹੈ ਜਾਂ ਮਾਂ ਹੈ, ਭੈਣ ਆ ਜਾਂ ਮਾਮੀ ਹੈਗੀ ਆ। ਤੋਂ ਜਿਹੜਾ ਹੈਗਾ ਉਹ ਇਹ ਸੁਰਮਾ ਪਾਉਣ ਦੀ ਰਸਮ ਜਿਹੜੀ ਹੈਗੀ ਆ ਉਹ ਭਾਬੀ ਵੱਲੋਂ ਕੀਤੀ ਜਾਂਦੀ ਹੈ। ਲਾੜੇ ਦੀ ਜਿਹੜੀ ਭਾਬੀ ਹੈ ਉਹਨੂੰ ਜੰਝ ਚੜਨ ਸਮੇਂ ਸੁਰਮਾ ਪਾਉਂਦੀ ਹੈਗੀ ਆ। ਸਿਹਰਾ ਬੰਨਣ ਦੀ ਰਸਮ ਕੀਤੀ ਜਾਂਦੀ ਹੈ। ਸਿਹਰਾ ਕੌਣ ਮੰਨਦਾ ਹੈਗਾ? ਇਹ ਹੈਗਾ ਭੈਣ ਵੱਲੋਂ। ਮਿਲਣੀ ਦੀ ਰਸਮ ਹੁੰਦੀ ਹੈ ਰੋਟੀ ਖਾਣ ਤੋਂ ਪਹਿਲਾਂ, ਜੰਝ ਪਹੁੰਚਣ ਸਮੇਂ, ਜੰਝ ਦੇ ਆਉਣ ਤੋਂ ਪਹਿਲਾਂ ਤਾਂ ਜੰਝ ਦੇ ਆਉਣ ਦੇ ਸਮੇਂ। ਤੋਂ ਇਹ ਹੈਗਾ ਜੰਝ ਜਦੋਂ ਪਹੁੰਚਦੀ ਹੈਗੀ ਆ, ਜੰਝ ਪਹੁੰਚਣ ਦੇ ਸਮੇਂ ਜਿਹੜੀ ਹੈਗੀ, ਆਉਣ ਦੇ ਸਮੇਂ ਜਿਹੜੀ ਹੈਗੀ ਹੈ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ। ਜੋ ਜੰਝ ਆਉਂਦੀ ਹੈਗੀ ਆ ਤੋਂ ਉਸ ਸਮੇਂ ਜਿਹੜੀ ਹੈਗੀ ਮਿਲਣੀ ਦੀ ਰਸਮ ਦੋਹਾਂ ਕੁੜਮਾਂ ਵਿਚਕਾਰ ਤੇ ਮਾਮਿਆਂ ਵਿਚਕਾਰ ਹੁੰਦੀ ਹੈਗੀ ਹੈ। ਮਿੱਥ ਦਾ ਕਾਰਜ ਹੈ ਵਿਸ਼ਵਾਸਾਂ ਦੀ ਵਿਆਖਿਆ ਤੇ ਕੋਡ ਸਿਰਜਣ, ਨੈਤਿਕ ਵਿਚਾਰਾਂ ਦੀ ਸੁਰੱਖਿਆ, ਅਨੁਸ਼ਠਾਨ ਦੀ ਕੁਸ਼ਲਤਾ, ਉਪਰੋਕਤ ਸਾਰੇ ਹੀ। ਤੋਂ ਇਹਦਾ ਜਿਹੜਾ ਮਿੱਥ ਦਾ ਜਿਹੜਾ ਕਾਰਜ ਹੈ ਇਹ ਇਹਨਾਂ ਦੇ ਵਿੱਚ ਸਾਰੇ ਹੀ ਆਉਂਦੇ ਹੈਗੇ ਨੇ। ਡੀ ਆਏਗਾ, ਉਪਰੋਕਤ ਸਾਰੇ ਹੀ ਇਹਦੇ ਅੰਤਰਗਤ ਆਉਂਦੇ ਹੈਗੇ ਨੇ। ਸੱਭਿਆਚਾਰ ਦਾ ਕਿਸ ਵਿਸ਼ੇ ਨਾਲ ਵਧੇਰੇ ਸੰਬੰਧ ਹੈ? ਧਰਮ ਨਾਲ, ਇਤਿਹਾਸ ਨਾਲ, ਭਾਸ਼ਾ ਵਿਗਿਆਨ ਨਾਲ ਜਾਂ ਮਾਨਵ ਵਿਗਿਆਨ ਨਾਲ? ਤੋਂ ਇਹ ਹੈਗਾ ਐਂਥਰੋਪੋਲੋਜੀ ਨਾਲ ਜਾਂ ਮਾਨਵ ਵਿਗਿਆਨ ਨਾਲ ਇਸ ਦਾ ਜ਼ਿਆਦਾ ਸੰਬੰਧ ਹੈਗਾ ਵਾ। ਸੱਭਿਆਚਾਰ ਵਿਗਿਆਨ ਵਿੱਚ ਕਿਸ ਉੱਪਰ ਬਲ ਹੈ? ਤੋਂ ਇਹਦਾ ਸੱਭਿਆਚਾਰ ਦੀ ਭਿੰਨਤਾ ਦੀ ਪ੍ਰਤੀਨਿਧਤਾ, ਸੱਭਿਆਚਾਰ ਦੇ ਪ੍ਰਤੀਮਾਨ, ਉਸਦੇ ਸਮਾਨਯ ਸੱਭਿਆਚਾਰਾਂ ਦੀ ਨਿਸ਼ਾਨਦੇਹੀ। ਤੇ ਇਹ ਆਏਗਾ ਸੱਭਿਆਚਾਰਾਂ ਦੇ ਪ੍ਰਤੀਮਾਨਾਂ ਦੇ ਉੱਪਰ। ਬੀ ਆਨਸਰ ਆਏਗਾ ਸਾਡਾ ਇੱਥੇ। ਰਾਣੀ ਕੋਕਲਾਂ ਕਥਾ ਹੈ, ਇਹ ਰਿਪੀਟ ਹੋ ਗਿਆ ਬਈ ਕੁਐਸਚਨ। ਇਹ ਇੱਕ ਦੰਤ ਕਥਾ ਹੈਗੀ ਆ
ਪਰੀ ਸ਼ਬਦ ਕਿਸ ਭਾਸ਼ਾ ਦਾ ਹੈਗਾ? ਤਾਂ ਪਰੀ ਸ਼ਬਦ ਜਿਹੜਾ ਹੈਗਾ ਉਹ ਫਾਰਸੀ ਅਰਬੀ ਭਾਸ਼ਾ ਦਾ ਸ਼ਬਦ ਹੈਗਾ। ਢੋਲ ਇੱਕ ਸਾਜ਼ ਹੈ, ਤੋ ਢੋਲ ਜਿਹੜਾ ਹੈਗਾ ਉਹਨੂੰ ਅਵਨਦ ਆਖਿਆ ਜਾਂਦਾ ਹੈਗਾ। ਅਵਨਦ ਤੋਂ ਘਣ ਸਾਜ਼ ਉਹ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੇ ਵਿੱਚ ਮਾਰ ਕੇ ਵਜਾਇਆ ਜਾਂਦਾ, ਜਿਵੇਂ ਚਿਮਟਾ ਜਾਂ ਖੜਤਾਲਾਂ, ਇਹ ਘਣ ਸਾਜ਼ ਨੇ। ਤੰਤੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਤਾਰ ਨਾਲ ਵਜਾਇਆ ਜਾਂਦਾ ਹੈਗਾ, ਜਿਹੜੇ ਤਾਰਾਂ ਲੱਗੀਆਂ ਹੁੰਦੀਆਂ, ਜਿਹਦੀ ਤਾਰ ਹੁੰਦੀ ਹੈਗੀ ਆ, ਜਿਵੇਂ ਬੈਂਜੋ, ਸਰੰਗੀ, ਤੂੰਬੀ, ਤਾਊਸ, ਤਾਨਪੁਰਾ, ਦਿਲਰੂਬਾ, ਰਬਾਬ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਤੰਤੀ ਸਾਜ਼ ਨੇ। ਘਣ ਸਾਜ਼ ਹੁੰਦੇ ਨੇ ਚਿਮਟਾ, ਛੈਣੇ, ਖੜਤਾਲਾਂ, ਇਹ ਸਾਰੇ ਦੇ ਸਾਰੇ ਘਣ ਸਾਜ਼ ਹੁੰਦੇ ਨੇ। ਸੁਸ਼ਿਰ ਹੁੰਦੇ ਨੇ ਜਿਹਨੂੰ ਤੁਸੀਂ ਫੂਕ ਮਾਰ ਕੇ ਵਜਾਉਂਦੇ ਹੋ, ਜਿਵੇਂ ਸ਼ਹਿਨਾਈ, ਸ਼ਹਿਨਾਈ, ਬੀਨ, ਅਲਗੋਜਾ। ਤੇ ਘਣ ਅਵਨਦ ਉਹ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਡੱਗਾ ਮਾਰ ਕੇ ਜਾਂ ਡੰਡਾ ਮਾਰ ਕੇ ਜਾਂ ਹੱਥ ਮਾਰ ਕੇ ਵਜਾਉਂਦੇ ਹੋ, ਜਿਵੇਂ ਢੋਲ, ਨਗਾਰਾ ਤੇ ਢੱਡ। ਇਹ ਸਾਰੇ ਦੇ ਸਾਰੇ ਇਹਨਾਂ ਨੂੰ ਅਵਨਦ ਆਖਿਆ ਜਾਂਦਾ ਹੈਗਾ। ਸੋ ਇਹਨਾਂ ਨੂੰ ਯਾਦ ਰੱਖਣਾ ਹੈਗਾ, ਇਹ ਚੀਜ਼ ਥੋੜਾ ਜਿਹਾ ਇਹ ਟਿਪੀਕਲ ਜਿਹਾ ਕੁਐਸਚਨ ਹੈਗਾ। ਤੋ ਇਹ ਅਵਨਦ ਹੈਗਾ। ਅਵਨਦ ਉਹ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਧੱਫਾ ਮਾਰ ਕੇ ਜਾਂ ਡੱਡਾ ਮਾਰ ਕੇ ਵਜਾਉਂਦੇ ਹੋ। ਢੋਲ, ਢੋਲਕੀ ਜਾਂ ਫਿਰ ਡਰਮ ਜਾਂ ਫਿਰ ਤੁਹਾਡਾ ਜਿਹੜਾ ਹੈਗਾ ਆਪਣਾ ਢੱਡ, ਨਗਾਰਾ, ਇਹ ਸਾਰੇ ਦੇ ਸਾਰੇ ਅਵਨਦ ਹੁੰਦੇ ਨੇ। ਤੋ ਇਹ ਜਿਹੜਾ ਸੀਗਾ ਸਾਡਾ ਇੱਥੋਂ ਤੱਕ ਜਿਹੜਾ ਇੱਕ 100 ਕੁਐਸਚਨ ਸਾਡਾ ਇਸ ਸੰਦਰਭ ਦੇ ਵਿੱਚ ਹੈਗਾ। ਤੋ ਮੈਨੂੰ ਆਸ ਆ ਕਿ ਤੁਹਾਨੂੰ ਤੁਸੀਂ ਇਸ ਤੋਂ ਲਾਹੇਵੰਦ ਹੋਵੋਗੇ। ਤੋ ਇਸ ਤੋਂ ਅਗਲੀ ਸ਼੍ਰੰਖਲਾ ਦੇ ਵਿੱਚ ਅਸੀਂ ਅੱਗੇ ਇਸ ਤੋਂ ਕੁਐਸਚਨ ਜਿਹੜੇ ਹੈਗੇ ਨੇ ਦੂਸਰੇ ਲੈਕਚਰ ਦੇ ਵਿੱਚ ਹੋਰ ਰਿਕਾਰਡ ਕਰਾਂਗੇ। ਤਦ ਤੱਕ ਲਈ ਧੰਨਵਾਦ।